ਆਪਣੀ ਬਿਮਾਰੀ ਬਾਰੇ ਪਤਾ ਲੱਗਣ ਤੋਂ ਬਾਅਦ ਵਿੱਚ ਇਰਫਾਨ ਨੇ ਲੰਡਨ ਦੇ ਹਸਪਤਾਲੋਂ ਇੱਕ ਚਿੱਠੀ ਲਿਖੀ ਸੀ, ਜਿਹਦੇ ਵਿੱਚ ਉਸਨੇ ਮੌਤ ਅਤੇ ਜ਼ਿੰਦਗੀ ਦੀ ਕਸ਼ਮਕਸ਼, ਦਰਦ ਦੀ ਮੂਲ ਤਾਸੀਰ, ਪਹਿਲੀ ਵਾਰੀ ਹੋ ਰਹੇ ਗੁੱਝੇ ਅਤੇ ਰਹੱਸਮਈ ਅਨੁਭਵਾਂ ਅਤੇ ਅਧਿਆਤਮ ਦੇ ਲਿਸ਼ਕਾਰਿਆਂ ਬਾਰੇ ਗੱਲਾਂ ਕੀਤੀਆਂ ਸਨ। ਉਦੋਂ ਤੋਂ ਹੀ ਮੈਂ ਸੋਚਦਾ ਸੀ ਇਸ ਚਿੱਠੀ ਨੂੰ ਆਪਣੇ ਢੰਗ ਤਰੀਕੇ ਨਾਲ ਇੱਕ ਪੰਜਾਬੀ ਰੂਪ ਦੇਵਾਂ, ਪਰ ਇਹਨੇ ਸ਼ਾਇਦ ਅੱਜ ਹੀ ਨੇਪਰੇ ਚੜ੍ਹਨਾ ਸੀ। ਅੱਜ ਜਦੋਂ ਹੀ ਇਰਫਾਨ ਬਾਰੇ ਖਬਰ ਸੁਣੀ ਤਾਂ ਬੇਚੈਨੀ ਜਿਹੀ ਹੋਣ ਲੱਗੀ ਅਤੇ ਇਹ ਕੰਮ ਪੂਰਾ ਕੀਤਾ। ਇਸ ਦੌਰਾਨ ਸ਼ਬਦ ਦਰ ਸ਼ਬਦ ਤਾਂ ਨਹੀਂ, ਪਰ ਹਾਂ ਮੂਲ ਭਾਵਨਾ ਨੂੰ ਨਾਲ ਲੈ ਕੇ ਆਪਣੇ ਹਿਸਾਬ ਨਾਲ ਅਨੁਵਾਦ ਕੀਤਾ ਹੈ, ਜੋ ਇਸ ਤਰ੍ਹਾਂ ਹੈ। ਜ਼ਿੰਦਗੀ ਦੀ ਅਜਬ ਜਿਹੀ ਅਤੇ ਅਤ ਫੁਰਤੀਲੇ ਵੇਗ ਵਾਲੀ ਟ੍ਰੇਨ ਉੱਤੇ ਚੜ੍ਹਿਆ ਹੋਇਆ ਹਲੇ ਤੱਕ ਮੈਂ ਆਪਣੀ ਹੀ ਕਿਸੇ ਅਣਜਾਣੀ ਧੁਨ ਦੇ ਵਿੱਚ ਬੜੀ ਤੇਜ਼ ਗਤੀ ਨਾਲ ਅੱਗੇ ਅਤੇ ਹੋਰ ਅੱਗੇ ਵਧ ਰਿਹਾ ਸੀ। ਮੇਰੇ ਕਿੰਨੇ ਹੀ ਸੁਪਨੇ, ਸੱਧਰਾਂ ਅਤੇ ਨਿਸ਼ਾਨੇ ਸੀ, ਜਿਨ੍ਹਾਂ ਨੇ ਸੁਪਨਈ ਸੰਸਾਰ ਵਿੱਚ ਕੁੱਦਣ ਲਈ ਮੈਂ ਪੂਰੀ ਵਾਹ ਲਾ ਰੱਖੀ ਸੀ। ਇਸ ਲੰਮੀ ਕਸ਼ਮਕਸ਼ ਦੀਆਂ ਬਣਦੀਆਂ ਵਿਗੜਦੀਆਂ ਬਣਤਰਾਂ ਦੇ ਵਿੱਚ ਇੱਕ ਦਿਨ ਅਚਾਨਕ ਟੀਸੀ ਨੇ ਮੇਰੇ ਮੋਢੇ ਉੱਤੇ ਹੱਥ ਮਾਰ ਮੈਨੂੰ ਥੋੜ੍ਹਾ ਜਿਹਾ ਹਲੂਣਿਆ ਅਤੇ ਕਿਹਾ ਹੈ ਕਿ ਆਓ ਤੇਰਾ ਸਟੇਸ਼ਨ ਆ ਗਿਆ ਏ ਜਵਾਨਾ, ਤਿਆਰੀ ਖਿੱਚ ਲੈ। ਮੈਂ ਉਲਝਣ ਜਿਹੀ ਦੇ ਵਿੱਚ ਉਹਦੇ ਨਾਲ ਥੋੜ੍ਹਾ ਬਹਿਸਿਆ ਕਿ ਨਹੀਂ ਅਜੇ ਮੇਰਾ ਸਟੇਸ਼ਨ ਕਿੱਥੇ ਆ ਗਿਆ, ਮੈਂ ਤਾਂ ਹਲੇ ਬੜੀ ਦੂਰ ਜਾਣਾ ਹੈ। ਬੋਲਿਆ, ਇਹੀ ਤੇਰਾ ਸਟੇਸ਼ਨ ਨਿਯਤ ਹੋਇਆ ਹੈ ਮੇਰੇ ਪੁੱਤਰਾ, ਕਦੇ ਕਦੇ ਇੰਝ ਹੀ ਹੁੰਦਾ ਹੈ, ਝੱਲਾ ਨਾ ਬਣ, ਉਤਰ ਜਾ। ਕਾਲੀ ਬੋਲੀ ਹਨੇਰੀ ਵਾਂਗ ਚੜ੍ਹ ਕੇ ਆਈ ਇਸ ਘੜੀ ਨੇ ਮੇਰੇ ਮਨ ਦੀਆਂ ਡੂੰਘੀਆਂ ਪਰਤਾਂ ਦੇ ਟੱਲ ਖੜਕਾ ਦਿੱਤੇ ਅਤੇ ਉਦੋਂ ਮੈਨੂੰ ਅਹਿਸਾਸ ਹੋਇਆ ਕਿ ਅਸੀਂ ਤਾਂ ਮਹਿਜ਼ ਕਿਸੇ ਰੁੱਖ ਦੇ ਪਤਲੇ ਜਿਹੇ ਸੱਕ ਜਾਂ ਫਿਰ ਕਿਸੇ ਖਾਲੀ ਬੋਤਲ ਦੇ ਉਸ ਢੱਕਣ ਤੋਂ ਵੱਧ ਕੇ ਕੁਝ ਵੀ ਨਹੀਂ, ਜਿਹੜਾ ਇੱਕ ਮਹਾਵਿਸ਼ਾਲ ਸਮੁੰਦਰ ਦੀਆਂ ਅਗਿਆਤ ਲਹਿਰਾਂ ਉੱਤੇ ਥੱਲੇ ਹੁੰਦਾ ਡਿੱਕ ਡੁੱਲੇ ਖਾਂਦਾ ਵਹਿ ਰਿਹਾ ਹੈ। ਇਸ ਹਫਰਾ ਤਫਰੀ ਅਤੇ ਹੜਬੜਾਹਟ ਦੇ ਵਿੱਚ ਮੈਂ ਆਪਣੇ ਪੁੱਤਰ ਨੂੰ ਕਿਹਾ, ਯਾਰ ਮੈਂ ਇਸ ਸਹਿਮ ਅਤੇ ਡਰ ਦੇ ਪੈੜੇ ਜਿਹੇ ਮਾਹੌਲ ਦੇ ਵਿੱਚ ਨਹੀਂ ਜਿਉਣਾ ਚਾਹੁੰਦਾ, ਜਿਹੜੇ ਮੇਰੇ ਮਨ ਅਤੇ ਤਨ ਦੋਵਾਂ ਨੂੰ ਅਸਲੋਂ ਸਿੱਥਲ ਅਤੇ ਅਪੰਗ ਬਣਾਉਣ ਉੱਤੇ ਤੁਲਿਆ ਹੋਇਆ। ਮੈਨੂੰ ਕਿਸੇ ਵੀ ਕੀਮਤ ਉੱਤੇ ਮੇਰੇ ਪੈਰ ਚਾਹੀਦੇ ਨੇ, ਉਹੀ ਪੈਰ ਜਿਹੜੇ ਸਾਰੀ ਉਮਰ ਮੈਨੂੰ ਨਵੀਆਂ ਅਤੇ ਨਰੋਈਆਂ ਦਿਸ਼ਾਵਾਂ ਦੇ ਵੱਲ ਲਿਜਾਂਦੇ ਰਹੇ ਨੇ, ਮੇਰੇ ਪੈਰ। ਤੇ ਫਿਰ ਇੱਕ ਦਰਦ ਜਿਹਦੇ ਨਾਲ ਮੇਰਾ ਕੋਈ ਵਾਹ ਵਾਸਤਾ ਨਹੀਂ ਸੀ, ਮੈਨੂੰ ਚਾਰੇ ਪਾਸਿਓਂ ਜਕੜ ਲੈਂਦਾ ਹੈ, ਮੈਨੂੰ ਆਪਣੇ ਲੰਮੇ ਚੌੜੇ ਜਾਲ ਦੇ ਵਿੱਚ ਕੱਸ ਕੇ ਮੇਰੀ ਦੇਹ ਅਤੇ ਮੇਰੀ ਰੂਹ ਨੂੰ ਆਪਣੇ ਹੀ ਭਿਆਨਕ ਢੰਗ ਦੇ ਨਾਲ ਵੜ ਲੈਂਦਾ ਹੈ। ਇਹ ਉਹੀ ਵਕਤ ਸੀ ਜਦੋਂ ਜ਼ਿੰਦਗੀ ਵਿੱਚ ਪਹਿਲੀ ਦਫਾ ਮੈਂ ਦਰਦ ਦੀ ਮੂਲ ਤਾਸੀਰ, ਉਸਦੀ ਵਿਆਪਕਤਾ ਅਤੇ ਉਸਦੀ ਬੇਜੋੜ ਤੀਬਰ ਤਾਕਤ ਨੂੰ ਨੇੜਿਓਂ ਵੇਖ ਰਿਹਾ ਸੀ। ਸਹੁੰ ਰੱਬ ਦੀ, ਕੋਈ ਦਿਲਾਸਾ, ਕੋਈ ਹਮਦਰਦੀ ਕੰਮ ਨਹੀਂ ਸੀ ਆ ਰਹੀ। ਚਹੁੰ ਪਾਸੇ ਦਰਦ ਹੀ ਦਰਦ ਸੀ, ਨਿਰੋਲ ਦਰਦ, ਰੱਬ ਤੋਂ ਵੀ ਵੱਡਾ ਦਰਦ। ਕੁਝ ਸਮਝ ਆ ਰਿਹਾ ਸੀ, ਇੱਥੇ ਇੱਕੋ ਹੀ ਗੱਲ ਸਥਾਈ ਹੈ ਕਿ ਇੱਥੇ ਕੱਖ ਵੀ ਸਥਾਈ ਨਹੀਂ। ਮੈਂ ਜਿਹੜੇ ਹਸਪਤਾਲ ਦੇ ਵਿੱਚ ਹਾਂ, ਇਹ ਸੜਕ ਦੇ ਇੱਕ ਪਾਸੇ ਹੈ ਅਤੇ ਸੜਕ ਦੇ ਦੂਜੇ ਪਾਸੇ ਲੌਜ ਸਟੇਡੀਅਮ ਹੈ, ਜਿੱਥੇ ਵਿਵਾਨ ਰਿਚਰਡਸ ਦਾ ਮੁਸਕਰਾਉਂਦਾ ਹੋਇਆ ਪੋਸਟਰ ਲੱਗਿਆ ਹੋਇਆ ਹੈ। ਤੁਹਾਨੂੰ ਦੱਸਦੇ ਹਾਂ ਕਿ ਵਿਵਾਨ ਰਿਚਰਡਸ ਉਹ ਇਨਸਾਨ ਸੀ ਜਿਹੜੇ ਮੇਰੇ ਬਚਪਨ ਦੇ ਵਿੱਚ ਮੇਰੇ ਸੁਪਨਿਆਂ ਦਾ ਮੱਕਾ ਹੀ ਬਣ ਗਿਆ ਸੀ। ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਵਿਵਾਨ ਨੂੰ ਵੇਖਦਿਆਂ ਮੇਰੇ ਮਨ ਦੇ ਵਿੱਚ ਕੁਝ ਵੀ ਨਹੀਂ ਸੀ ਆ ਰਿਹਾ, ਬਸ ਇੱਕ ਖਾਲੀ ਜਿਹਾ ਅਹਿਸਾਸ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਹ ਸਭ ਗੱਲਾਂ ਦਾ ਮੇਰੇ ਨਾਲ ਕਦੇ ਕੋਈ ਰਿਸ਼ਤਾ ਰਿਹਾ ਹੀ ਨਾ ਹੋਵੇ। ਇਹ ਸਭ ਕਿਸੇ ਬੇਗਾਨੀ ਦੁਨੀਆ ਦਾ ਹਿੱਸਾ ਲੱਗ ਰਿਹਾ ਸੀ। ਹਸਪਤਾਲ ਦੀ ਬਾਲਕਨੀ ਦੇ ਵਿੱਚ ਖੜ ਕੇ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਹੁਣ ਤੱਕ ਦੇ ਸਾਰੇ ਦਾਅਵੇ ਝੂਠੇ ਪੈ ਰਹੇ ਨੇ ਅਤੇ ਇੱਕ ਇੱਕ ਕਰਕੇ ਮੇਰੀਆਂ ਹੀ ਅੱਖਾਂ ਮੂਹਰੇ ਘਿਰ ਰਹੇ ਨੇ। ਹੱਥ ਪੈਰ ਮਾਰਦਿਆਂ ਕੁਝ ਵੀ ਐਸਾ ਨਹੀਂ ਸੀ ਲੱਭ ਰਿਹਾ ਜਿਹਦੇ ਉੱਤੇ ਮੈਂ ਆਪਣਾ ਹੱਕ ਜਤਾ ਸਕਾਂ। ਵਿਸ਼ਾਲ ਘੁੰਮਣ ਘੇਰੀ ਅੱਗੇ ਸ਼ਾਇਦ ਇਹ ਹਸਪਤਾਲ ਵੀ ਸਿੱਧਾ ਪੈ ਜਾਵੇਗਾ। ਸਾਹਮਣੇ ਕੁਝ ਹੋਰ ਦਿਸ ਰਿਹਾ ਸੀ। ਮੇਰੇ ਅੰਦਰੋਂ ਬਾਕੀ ਸਭ ਕੁਝ ਖਤਮ ਹੋ ਰਿਹਾ ਸੀ, ਪਰ ਹਾਂ, ਹੁਣ ਖੁਦਾ ਦੀ ਅਨੰਤ ਸ਼ਕਤੀ ਅਤੇ ਪਾਵਨ ਬੁੱਧੀ ਦੇ ਕਰਾਮਾਤੀ ਲਿਸ਼ਕਾਰੇ ਮੇਰੀ ਖੱਲ ਦੇ ਵਿੱਚ ਵਰੋਲੇ ਵਾਂਗੂ ਉੱਠ ਰਹੇ ਸੀ। ਥੋੜੀ ਹਿੰਮਤ ਉਸਰ ਰਹੀ ਸੀ ਕਿ ਇਸ ਮੁਸ਼ਕਿਲ ਦੌਰ ਨੂੰ ਦਲੇਰੀ ਦੇ ਨਾਲ ਨਜਿੱਠਿਆ ਜਾਵੇ। ਇਸ ਨਵੇਂ ਜੁਟ ਰਹੇ ਸਾਰੇ ਅਹਿਸਾਸ ਨੇ ਮੈਨੂੰ ਵੱਡਾ ਸਹਾਰਾ ਦਿੱਤਾ। ਇੱਕ ਸਮਰਪਣ, ਇੱਕ ਵਿਸ਼ਵਾਸ, ਇੱਕ ਭਰੋਸੇ ਦਾ ਆਲਮ ਮੈਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਲੱਗਿਆ। ਨਤੀਜਾ ਕੁਝ ਵੀ ਹੋਵੇ, ਇਹ ਬਿਮਾਰੀ ਅੱਜ ਤੋਂ 4 ਮਹੀਨੇ
8 ਮਹੀਨੇ ਜਾਂ 2 ਸਾਲ ਬਾਅਦ ਮੈਨੂੰ ਕਿਤੇ ਵੀ ਲੈ ਜਾਵੇ, ਮੈਂ ਹਿੰਮਤ ਨਹੀਂ ਹਾਰਨੀ। ਹੌਲੀ ਹੌਲੀ ਮੇਰੀ ਚਿੰਤਾ ਧੁੰਦਲੀ ਪੈਣ ਲੱਗੀ ਅਤੇ ਫਿਰ ਮੇਰੇ ਮਨ ਵਿੱਚੋਂ ਕੋਈ ਰਾਹ ਜਿਹਾ ਬਣਾ ਕੇ ਨਿਕਲ ਹੀ ਗਈ। ਪਹਿਲੀ ਵਾਰੀ ਮੈਂ ਜਾਣਿਆ ਕਿ ਆਜ਼ਾਦੀ ਕਿਸ ਸ਼ੈ ਦਾ ਨਾਮ ਹੁੰਦਾ ਹੈ, ਜਿਵੇਂ ਮੈਨੂੰ ਕੋਈ ਨਵਾਂ ਅਹੁਦਾ ਹੀ ਮਿਲ ਗਿਆ ਹੋਵੇ। ਪਹਿਲੀ ਵਾਰੀ ਮੈਂ ਜ਼ਿੰਦਗੀ ਦੀਆਂ ਜਾਦੂਮਈ ਸੁਰਾਂ ਦਾ ਸਵਾਦ ਚੱਖ ਰਿਹਾ ਸੀ। ਪਰਮਾਤਮਾ ਦੀ ਅਸੀਮ ਸੱਤਾ ਵਿੱਚ ਮੇਰਾ ਅਟੱਲ ਯਕੀਨ ਸਥਾਪਿਤ ਹੋ ਗਿਆ। ਇਹ ਯਕੀਨ ਮੇਰੇ ਸਰੀਰ ਦੇ ਕੱਲੀ ਕੱਲੀ ਕੋਸ਼ਿਕਾ ਦੇ ਵਿੱਚ ਫੈਲ ਗਿਆ। ਇਹ ਤਾਂ ਸਮੇਂ ਨੇ ਦੱਸਣਾ ਹੈ ਕਿ ਇਹ ਵਿਸ਼ਵਾਸ ਕਿੰਨਾ ਕੁ ਚਿਰ ਰੁਕੇਗਾ, ਪਰ ਹਾਲ ਦੀ ਘੜੀ ਮੈਂ ਪੂਰੀ ਆਜ਼ਾਦੀ ਅਤੇ ਸਮਰਪਣ ਦੇ ਵਿੱਚ ਹਾਂ। ਦਰਦ ਦੀ ਇਸ ਲੰਮੀ ਯਾਤਰਾ ਦੇ ਵਿੱਚ ਦੁਨੀਆ ਭਰ ਦੇ ਲੋਕ, ਜਿਨ੍ਹਾਂ ਨੂੰ ਮੈਂ ਕਦੇ ਮਿਲਿਆ ਵੀ ਨਹੀਂ, ਜਾਣਦਾ ਵੀ ਨਹੀਂ, ਮੇਰੇ ਠੀਕ ਹੋਣ ਦੇ ਲਈ ਦੁਆਵਾਂ ਕਰ ਰਹੇ ਨੇ। ਮੈਨੂੰ ਇਉਂ ਲੱਗਦਾ ਹੈ ਕਿ ਸਾਰੇ ਲੋਕਾਂ ਦੀ ਅਣਗਿਣਤ ਅਰਦਾਸਾਂ ਇਕੱਠੀਆਂ ਹੋ ਕੇ ਕਿਸੇ ਇੱਕ ਇਕਾਈ ਦੇ ਵਿੱਚ ਹੀ ਢਲ ਗਈਆਂ ਅਤੇ ਜ਼ਿੰਦਗੀ ਦੀ ਇਹ ਸਾਂਝ ਅਤੇ ਜਗਦੀ ਹੋਈ ਜੋਤ ਮੇਰੀ ਕੰਗਰੋੜ ਦੇ ਵਿੱਚੋਂ ਗੁਜ਼ਰਦੀ ਹੋਈ ਮੇਰੇ ਸਿਰ ਦੇ ਉੱਪਰਲੇ ਹਿੱਸੇ ਦੇ ਵਿੱਚ ਜਾ ਕੇ ਨਵੀਨਤਾ ਅਤੇ ਉਤਸ਼ਾਹ ਦੇ ਨਾਲ ਹਰੀ ਹੋ ਰਹੀ ਹੈ, ਪੁੰਗਰ ਰਹੀ ਹੈ। ਪੁੰਗਰਦਿਆਂ ਇਹ ਰੌਸ਼ਨੀ ਕਦੇ ਫੁੱਲ ਕਲੀ, ਕਦੇ ਪੱਤੀ, ਕਦੇ ਇੱਕ ਟਾਹਣੀ ਦਾ ਸਰੂਪ ਅਖਤਿਆਰ ਕਰ ਰਹੀ ਹੈ। ਟਾਹਣੀਆਂ ਪੁੱਤਰਾਂ ਦੀ ਇਹ ਹਰਿਆਲੀ ਮੈਨੂੰ ਹੈਰਾਨੀ, ਖੁਸ਼ੀ ਅਤੇ ਉਤੇਜਨਾ ਦੇ ਨਾਲ ਲਬਰੇਜ਼ ਕਰ ਰਹੀ ਹੈ। ਮੈਨੂੰ ਫਿਰ ਉਹੀ ਮਹਾਵਿਸ਼ਾਲ ਸਾਗਰ ਦੀਆਂ ਅਗਿਆਤ ਲਹਿਰਾਂ ਵਾਲੀ ਗੱਲ ਯਾਦ ਆ ਰਹੀ ਹੈ ਅਤੇ ਹੁਣ ਮੈਂ ਮਹਿਸੂਸ ਵੀ ਕਰ ਰਿਹਾ ਹਾਂ ਕਿ ਉਹਨਾਂ ਲਹਿਰਾਂ ਨੂੰ ਕਾਬੂ ਜਾਂ ਨਿਯੰਤਰਿਤ ਕਰਨਾ ਸਾਡਾ ਕੰਮ ਨਹੀਂ, ਅਸੀਂ ਕਰ ਵੀ ਨਹੀਂ ਸਕਦੇ। ਬਸ ਮੁੱਕਦੀ ਗੱਲ ਇਹੀ ਹੈ ਕਿ ਤੁਸੀਂ ਕੁਦਰਤ ਦੀਆਂ ਲਹਿਰਾਂ ਦੇ ਮਹਾਨ ਭੰਗੂੜੇ ਵਿੱਚ ਇੱਕ ਸਮਰਪਣ ਅਤੇ ਆਸਥਾ ਦੇ ਨਾਲ ਝੂਲਦੇ ਰਹੋ। ਸੱਚੀ ਬਸ ਇਹੀ ਗੱਲ ਹੈ, ਹੋਰ ਕੁਝ ਵੀ ਨਹੀਂ। ਇਰਫਾਨ ਖਾਨ, ਲੰਡਨ 2018। ਤਰਜਮਾਕਾਰ ਹਰਮਨਜੀਤ ਸਿੰਘ, ਰਾਣੀ ਤੱਤ। ਜੇਕਰ ਤੁਹਾਨੂੰ ਵੀ ਸਾਡੀ ਇਹ ਰਿਪੋਰਟ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।